ਪ੍ਰਭਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਾ ਹੋ ਨਾ ਹਮ ਗਿਰਤੇ रख लीनी हर मेरी सब रोज गस्तम दर हवा कर देम बदी ख्याल गाहे नानकी कार करदम मामी चिनी अहवाल बद बख्त हम चो बखील गाफिल बेनजर बेबाक नानक बगोयद जन तुरा तेरे चाकरा पाखाक हर प्रभ स्वामी कृपा तहारो हम हर हर सेवा लागी जन नानक दासन दास करहो प्रभ हम हर कथा कथा की जन नानक दासन दास करहो प्रभ हम हर कथा कथा की सतनाम श्री वाहिगुरु साहिब जी। श्लोक त्यक्त जलं नह जीव मीनं नह त्याग चात्रक मेघ मंडल है बान बेदंच कुरंक नादं अलबंदन कुसुम बासन है त्यक्त जलं नह जीव मीनं नह त्याग चात्रक मेघ मंडल है बाण बेदंच कुरंक नादं अलबंदन कुसुम बासन है। परम सन्मान सत्कार जोग चवर छतर तख्त दे मालक सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਜੋ ਸੁੰਦਰ ਦੀਵਾਨ ਸਜ ਰਹੇ ਹਨ ਤਿੰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤ ਸੰਗਤ ਦੇ ਰੂਪ ਦੇ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ पावन गुरु की बाणी दी विचार नूं सरवण करन तो पहलों सरबत संगत
ਕਰੋ ਰਸਨਾ ਪਵਿੱਤਰ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਨੂੰ ਪ੍ਰਕਾਸ਼ ਕਰਨ ਦੀ ਸੇਵਾ ਹੋਈ ਹੈ। ਉਪਰੰਤ ਅੰਮ੍ਰਿਤਮਈ ਗੁਰੂ ਕੀ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਹੋਇਆ ਹੈ ਦਮਦਮੀ ਟਕਸਾਲ ਦੇ ਮਹਾਨ ਪਰਉਪਕਾਰੀ ਉਸਤਾਦ, ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਵਿੱਚ ਆਉਣ ਵਾਲੇ ਹਜ਼ਾਰਾਂ ਹੀ ਸੈਂਕੜੇ ਵਿਦਿਆਰਥੀਆਂ ਨੂੰ ਜੋ ਬ੍ਰਹਮ ਵਿਦਿਆ ਪ੍ਰਦਾਨ ਕਰਵਾਈ। ਜਿਸ ਬ੍ਰਹਮ ਵਿਦਿਆ ਦੇ ਪ੍ਰਥਾਏ ਭਾਈ ਗੁਰਦਾਸ ਜੀ ਨੇ ਬਚਨ ਕਹੇ ਹਨ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਗੁਰ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ऐसे महान परोपकारी उस्ताद श्रीमान भगत सुच्चा सिंह जी, जिन्नी निरंकार अकाल पुरख वाहिगुरु परमात्मा ने आयु बख्शी सी, सफल जीवन इस संसार दे विच अपना जियो के ਅੱਜ ਤੋਂ ਕੁਝ ਦਿਨ ਪਹਿਲੋਂ ਸੱਚਖੰਡ ਗਮਨ ਕਰ ਗਏ ਸਨ। ਤਿੰਨਾਂ ਦੇ ਨਿਮਿਤ ਤਿੰਨਾਂ ਨੂੰ ਸ਼ਰਧਾ ਦੇ ਸੁਮਨ ਭੇਟ ਕਰਨ ਦੇ ਹਿੱਤ, ਜੋ ਗੁਰੂ ਕਾਲ ਤੋਂ ਚੱਲੀ ਆ ਰਹੀ ਮਰਿਆਦਾ ਹੈ, ਅੰਮ੍ਰਿਤ ਵੇਲੇ ਸ੍ਰੀ ਜੈਤਸਰੀ ਦੀ ਵਾਰ ਦੀ ਕਥਾ ਔਰ ਸ਼ਾਮ ਨੂੰ ਮਿਰਤਕ ਪ੍ਰਾਣੀ ਦੇ ਪ੍ਰਥਾਏ, ਸੰਸਕ੍ਰਿਤੀ ਦੇ ਸ਼ਲੋਕਾਂ ਦੀ ਵਿਚਾਰ ਉਸ ਦਿਨ ਤੋਂ ਹੀ ਆਪਾਂ ਨਿਰੰਤਰ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜੋ ਜੈਤਸਰੀ ਦੀ ਵਾਰ ਉਚਾਰਨ ਕੀਤੀ ਹੈ, ਉਸ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚੋਂ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ 11 ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਸੀ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ, ਰਹਿਮਤ ਕਰ ਰਹੇ ਹਨ, ਉਪਦੇਸ਼ ਬਖਸ਼ਦੇ ਹਨ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਤਿਆਗਤ ਜਲੰ ਨਹਿ ਜੀਵ ਮੀਨੰ, ਨਹਿ ਤਿਆਗ ਚਾਤਰਕ ਮੇਘ ਮੰਡਲ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਹਿਤ ਸ਼ਲੋਕ ਉਚਾਰਦੇ ਹਨ। ਅੱਗੇ ਵੀ ਆਪਾਂ ਇਸ ਦੇ ਪ੍ਰਥਾਏ ਬੜੀ ਵਾਰ ਵਿਚਾਰ ਕੀਤੀ ਹੈ। ਧਰਮ ਦੀ ਦੁਨੀਆ ਦੇ ਵਿੱਚ 4 ਮੁਕਤੀਆਂ ਮੰਨੀਆਂ ਗਈਆਂ ਹਨ। ਤਿੰਨਾਂ ਦੇ ਵਿੱਚੋਂ ਪ੍ਰਮੁੱਖ ਮੁਕਤੀ ਹੈ ਸ਼ਲੋਕ, ਜਿਸ ਦਾ ਅਰਥ ਹੁੰਦਾ ਹੈ ਸਵੈ ਲੋਕ ਦੀ ਪ੍ਰਾਪਤੀ ਹੋ ਜਾਣਾ। ਜਿੱਥੋਂ ਸਾਡੀ ਉਪਜ ਹੋਈ ਹੈ ਉਸ ਦੇ ਵਿੱਚ ਹੀ ਓੜਕ ਨੂੰ ਸਮਾ ਜਾਣਾ, ਉਸ ਦੇ ਵਿੱਚ ਹੀ ਸਾਡੀ ਨਿਪਜ ਹੋ ਜਾਣੀ। ਜਿਸ ਲੋਕ ਦੇ ਵਿੱਚੋਂ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਉਸ ਲੋਕ ਦੀ ਮੁੜ ਪ੍ਰਾਪਤੀ ਹੋ ਜਾਣੀ।
ਜੰਮਣ ਮਰਨਾ ਆਉਣਾ ਜਾਣਾ ਇਹ ਸਾਰਾ ਕੁਝ ਖਤਮ ਹੋ ਜਾਣਾ। ਉਸ ਨੂੰ ਕਹਿੰਦੇ ਹਨ ਇਹ ਸ਼ਲੋਕ ਮੁਕਤੀ ਦਾ ਅਧਿਕਾਰੀ ਬਣ ਗਿਆ। ਐਸੀ ਮੁਕਤੀ ਦੀ ਪ੍ਰਾਪਤੀ ਦੇ ਹਿੱਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਲਿਆ ਤਿਆਕਤ ਜਲੰ ਨਹਿ ਜੀਵ ਮੀਨੰ। ਜਿਹੜਾ ਮੱਛੀ ਜੀਵ ਹੈ ਨਾ ਉਹ ਸੰਸਾਰ ਦੇ ਵਿੱਚ ਕਦੀ ਵੀ ਪਾਣੀ ਨੂੰ ਤਿਆਗਦਾ ਨਹੀਂ, ਕਿਉਂਕਿ ਅਸਲੀਅਤ ਇਹ ਹੈ ਕਿ ਮੱਛੀ ਦਾ ਜੀਵਨ ਹੀ ਪਾਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਹੈ, ਜਿਉ ਅਧਿਕਉ ਤਿਉ ਸੁਖ ਘਨੋ ਮਨ ਤਨ ਸਾਤ ਸਰੀਰ। ਪਾਣੀ ਜਿਵੇਂ ਜਿਵੇਂ ਬਤੇਰਾ ਹੋਈ ਜਾਵੇ, ਜਿੱਥੇ ਮੱਛੀ ਦਾ ਵਾਸਾ ਹੈ, ਜਿਸ ਜਗ੍ਹਾ ਦੀ ਮੱਛੀ ਵਸਨੀਕ ਹੈ, ਜਿਸ ਨਦੀ ਨਾਲੇ ਦਰਿਆ ਸਮੁੰਦਰ ਦੇ ਵਿੱਚ ਰਹਿ ਰਹੀ ਹੈ, ਤਾਂ ਉਹਨੂੰ ਘਣਾ ਆਨੰਦ, ਉਹਨੂੰ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ। ਪਰ ਜਿਵੇਂ ਜਿਵੇਂ ਜਿੱਥੇ ਉਸ ਮੱਛੀ ਦਾ ਵਾਸਾ ਹੈ ਤਿੱਥੋਂ ਪਾਣੀ ਘਟੀ ਜਾਵੇ, ਇੱਕ ਨਾ ਇੱਕ ਦਿਨ ਉਹ ਪਾਣੀ ਸੁੱਕ ਜਾਵੇ ਤੇ ਉਹੋ ਹੀ ਮੱਛੀ ਤੜਫ ਤੜਫ ਕੇ ਆਪਣੇ ਪ੍ਰਾਣ ਤਿਆਗ ਕਰਨ ਦੇ ਵਾਸਤੇ ਮਜਬੂਰ ਹੋ ਜਾਂਦੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਵੇਂ ਜਿਹੜਾ ਜੀਵ ਹੈ ਨਾ, ਇਹਦੀ ਜਿਹੜੀ ਬੁੱਧੀ ਰੂਪ ਮੱਛੀ ਹੈ ਉਹਨੂੰ ਕਦੀ ਵੀ ਤਿਆਗਣਾ ਨਹੀਂ ਚਾਹੀਦਾ ਪਰਮੇਸ਼ਰ ਦਾ ਨਾਮ ਜਲ। ਜੇ ਜੀਵਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ ਤਾਂ ਬੁੱਧੀ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਾਮ। ਗੁਰਬਾਣੀ ਦਾ ਬਚਨ ਪੜ੍ਹਦੇ ਹੋ, ਮਨ ਮੇਰੇ ਗਹੋ ਹਰ ਨਾਮ ਕਾ ਓਲਾ। ਓਲਾ ਦਾ ਅਰਥ ਹੁੰਦਾ ਹੈ ਆਸਰਾ। ਤੁਝੇ ਨਾ ਲਾਗੇ ਤਾਤਾ ਝੋਲਾ। ਫਿਰ ਜਿਹੜੀਆਂ ਜਮਾਂ ਦੀਆਂ ਤਤੀਆਂ ਹਵਾਵਾਂ, ਨਰਕਾਂ ਦੀਆਂ ਤਤੀਆਂ ਹਵਾਵਾਂ, ਉਹ ਤੈਨੂੰ ਕਦੀ ਵੀ ਲੱਗਣਗੀਆਂ ਨਹੀਂ। ਲੋਕ ਦੇ ਵਿੱਚ ਵੀ ਤਤੀਆਂ ਹਵਾਵਾਂ ਤੋਂ ਬਚ ਜਾਵੇਂਗਾ, ਪਰਲੋਕ ਦੇ ਵਿੱਚ ਵੀ ਤਤੀਆਂ ਹਵਾਵਾਂ ਤੋਂ ਬਚ ਜਾਵੇਂਗਾ ਜੇ ਪਰਮੇਸ਼ਰ ਦੇ ਨਾਮ ਦਾ ਆਸਰਾ ਤੱਕ ਲਵੇਂਗਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਮੱਛੀ ਪਾਣੀ ਨੂੰ ਤਿਆਗਦੀ ਨਹੀਂ, ਅਸਲੀਅਤ ਇਹ ਹੈ ਕਿ ਮੱਛੀ ਦਾ ਜੀਵਨ ਹੀ ਪਾਣੀ ਹੈ, ਇਵੇਂ ਜਿਹੜੀ ਤੇਰੀ ਬੁੱਧੀ ਰੂਪ ਮੱਛੀ ਹੈ ਨਾ, ਇਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਰੂਪੀ ਜਲ ਹੈ ਉਸ ਨੂੰ ਗ੍ਰਹਿਣ ਕਰੇ, ਜਿਹਦੇ ਨਾਲ ਤੇਰੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ, ਜਿਵੇਂ ਜਿਵੇਂ ਵੱਧ ਹੋਵੇਗਾ ਤਿਵੇਂ ਤਿਵੇਂ ਘਣਾ ਆਨੰਦ ਤੈਨੂੰ ਪ੍ਰਾਪਤ ਹੋਵੇ। ਅਗਲਾ ਬਚਨ ਆਇਆ, ਨਹਿ ਤਿਆਗ ਚਾਤਰਕ ਮੇਘ ਮੰਡਲ ਹੈ। ਚਾਤਰਕ ਕਹਿ ਲਈ ਪਪੀਹਾ, ਸਵਾਂਤੀ ਬੂੰਦ ਦੀ ਇੱਛਾ ਰੱਖਦਾ ਹੈ ਤੇ ਬੱਦਲਾਂ ਦਾ ਜਿਹੜਾ ਸਮੂਹ ਹੈ ਉਸ ਨੂੰ ਕਦੀ ਵੀ ਤਿਆਗਦਾ ਨਹੀਂ। ਬੇਸ਼ੱਕ ਬੱਦਲ ਧੂਏ ਦੇ ਹੁੰਦੇ ਹਨ, ਧੂਏ ਦੇ ਬੱਦਲਾਂ ਦੇ ਵਿੱਚ ਆਕਾਸ਼ ਦੇ ਵਿੱਚ ਉਡਾਰੀ ਮਾਰ ਕੇ ਚੜ੍ਹਦਾ ਹੈ, ਉਹ ਅੱਖਾਂ ਦੇ ਵਿੱਚ ਪੈਂਦਾ ਹੈ, ਅੰਨਾ ਹੋ ਜਾਂਦਾ ਹੈ। ਪਰ ਅੱਜ ਤੱਕ ਵੀ ਜਿਹੜਾ ਪਪੀਹਾ ਹੈ ਨਾ, ਜੋ ਸਵਾਂਤੀ ਬੂੰਦ ਦਾ ਇੱਛਕ ਹੈ, ਜਿਹਨੂੰ ਇੱਛਾ ਹੈ ਕਿ ਇਹ ਬੱਦਲਾਂ ਦੇ ਵਿੱਚੋਂ ਮੈਨੂੰ ਪ੍ਰਾਪਤ ਹੋ ਸਕਦੀ ਹੈ, ਉਹ ਕਦੀ ਵੀ ਬੱਦਲਾਂ ਦੇ ਜਿਹੜਾ ਸਮੂਹ ਹੈ, ਬੱਦਲਾਂ ਦਾ ਝੁੰਡ ਹੈ, ਮੇਘ ਮੰਡਲ ਹੈ, ਉਸ ਨੂੰ ਕਦੀ ਵੀ ਤਿਆਗਦਾ ਨਹੀਂ। ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨ ਹੈ। ਇਸੇ ਢੰਗ ਦੇ ਨਾਲ ਜਿਹੜਾ ਹਿਰਨ ਹੈ
ਉਹ ਕੰਡੇ ਹੇੜੇ ਦੇ ਸ਼ਬਦ ਨੂੰ ਸੁਣਨ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਿ ਆਪਣੇ ਆਪ ਨੂੰ ਬਾਣ ਬੇਧੰਚ ਸ਼ਿਕਾਰੀ ਦਾ ਛੱਡਿਆ ਹੋਇਆ ਕਮਾਨ ਦੇ ਵਿੱਚੋਂ ਜਿਹੜਾ ਬਾਣ ਹੈ, ਤੀਰ ਹੈ, ਉਸ ਦੇ ਵਿੱਚ ਆਪਣੇ ਆਪ ਨੂੰ ਵਿਨਾ ਲੈਂਦਾ ਹੈ, ਵਿੰਨਿਆ ਜਾਂਦਾ ਹੈ ਉਸ ਤੀਰ ਦੇ ਵਿੱਚ। ਤਾਂ ਅੱਗੇ ਮਾਰੇ ਕਹਿੰਦੇ ਅਲ ਬੰਧਨ ਕੁਸਮ ਬਾਸਨ ਹੈ। ਅਲ ਜਿਹੜਾ ਭੌਰਾ ਹੈ, ਕੁਸਮ ਫੁੱਲ ਦੀ ਜਿਹੜੀ ਵਾਸ਼ਨਾ ਹੈ, ਉਸ ਦੇ ਵਿੱਚ ਆਪਣੇ ਆਪ ਨੂੰ ਬਣਾ ਲੈਂਦਾ ਹੈ। ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ। ਇਵੇਂ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਹਨ, ਜਿਹੜੇ ਸ਼ਾਂਤ ਚਿੱਤ ਆਤਮਾ ਵਾਲੇ ਹਨ, ਉਹ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਕਰਦੇ। ਕਮਲ ਦੀ ਨਿਆਈ ਜੋ ਸੰਸਾਰ ਦੇ ਨਾਲੋਂ ਨਿਰਲੇਪ ਅਧ ਸਥਾਨ ਜੋ ਵਾਹਿਗੁਰੂ ਪ੍ਰਮਾਤਮਾ ਦੇ ਚਰਨ ਹਨ, ਉਸ ਦੇ ਵਿੱਚ ਰਚ ਜਾਂਦੇ, ਉਸ ਦੇ ਵਿੱਚ ਇੱਕਮਿਕ ਹੋ ਜਾਂਦੇ ਹਨ। ਜਿਵੇਂ ਸ਼ਬਦ ਨੂੰ ਸੁਣਨ ਦੇ ਵਾਸਤੇ ਜਿਹੜਾ ਹਿਰਨ ਹੈ, ਉਸ ਦੀ ਬਿਰਤੀ ਉਸ ਸ਼ਬਦ ਦੇ ਵਿੱਚ ਰਚ ਜਾਂਦੀ ਹੈ। ਇੰਨਾ ਮਸਤ ਹੋ ਜਾਂਦਾ ਹੈ, ਆਪਣੇ ਆਪ ਨੂੰ ਮਰਵਾ ਤੇ ਲੈਂਦਾ ਹੈ, ਪਰ ਉਹ ਜਿਹੜੀ ਬਿਰਤੀ ਹੈ ਉਸ ਦੀ ਉਸ ਪਾਸਿਓਂ ਟੁੱਟਦੀ ਨਹੀਂ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਦੇ ਜਿਹੜੇ ਪਿਆਰੇ ਹਨ, ਜਿਵੇਂ ਮੱਛੀ ਦਾ ਸੰਬੰਧ ਪਾਣੀ ਦੇ ਨਾਲ ਬੰਝ ਗਿਆ, ਇਸ ਸੰਸਾਰ ਦੇ ਵਿੱਚ ਕਦੀ ਮੁਖ ਨਹੀਂ ਮੋੜਦੀ। ਪਪੀਹੇ ਦਾ ਜਿਹੜਾ ਸੰਬੰਧ ਹੈ, ਉਹ ਆਕਾਸ਼ ਦੇ ਵਿੱਚ ਜਿਹੜੇ ਬੱਦਲਾਂ ਦਾ ਝੁੰਡ ਹੈ, ਉਸ ਦੇ ਨਾਲ ਵੱਜ ਗਿਆ ਹੈ। ਕੰਡੇ ਹੇੜੇ ਦੇ ਸ਼ਬਦ ਦੇ ਸੁਣ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ, ਹਿਰਨ ਆਪਣੇ ਆਪ ਨੂੰ ਨਾਸ਼ ਕਰਵਾ ਬੈਂਦਾ ਹੈ। ਇਵੇਂ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਰਚ ਜਾਂਦੇ ਹਨ। ਤੇ ਰਚੇ ਹੋਏ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਹਿਣ ਲੱਗੇ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਭਗਤ ਜੀ ਕਹਿੰਦੇ ਤੇਰੇ ਮੇਰੇ ਮੇਰੇ ਤੇਰੇ ਵਿੱਚ ਹੁਣ ਫਰਕ ਕੀ ਰਿਹਾ? ਭਾਵ ਕੋਈ ਫਰਕ ਨਹੀਂ। ਹਾਂ, ਇੰਨਾ ਕੁ ਫਰਕ ਹੈ। ਕਟਕ ਜਿਵੇਂ ਮੰਨ ਲਓ ਕਿ ਹਵਾ ਦੀ ਉਪਾਧੀ ਦੇ ਕਾਰਨ ਸਮੁੰਦਰ ਦੇ ਵਿੱਚੋਂ ਲਹਿਰਾਂ ਦੀ ਉਤਪਤੀ ਹੈ। ਜਦੋਂ ਹਵਾ ਦੀ ਉਪਾਧੀ ਨਾਸ਼ ਹੋ ਜਾਂਦੀ ਹੈ, ਉਹ ਸਮੁੰਦਰ ਦੇ ਵਿੱਚ ਫੇਰ ਮਿਲ ਜਾਂਦੀ ਹੈ। ਇਸ ਦੇ ਨਾਲੋਂ ਵੱਧ ਫਰਕ ਕੋਈ ਨਹੀਂ। ਕਨਕ ਕਟਕ ਜਲ ਤਰੰਗ ਜੈਸਾ, ਇਸ ਦੇ ਨਾਲੋਂ ਵੱਧ ਫਰਕ ਕੋਈ ਨਹੀਂ ਇਸ ਸੰਸਾਰ ਦੇ ਵਿੱਚ, ਤੁਹਾਡੇ ਔਰ ਸਾਡੇ ਵਿੱਚ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਐਵੇਂ ਰੱਬ ਦੇ ਵਿੱਚ ਰਚ ਜਾਂਦੇ, ਇੱਕ ਰੂਪ ਹੀ ਹੋ ਜਾਂਦੇ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ। ਤਾਂ ਦਸਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਏ। ਦੁਐਤ ਦੀ ਵਿਚਾਰ ਹੀ ਕੋਈ ਨਹੀਂ ਹੈ ਉੱਥੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਹਵਾ ਦੀ ਉਪਾਧੀ ਕਾਰਨ ਵਹਿੰਦੇ ਹੋਏ ਪਾਣੀ ਦੇ ਵਹਿਣ ਦੇ ਵਿੱਚੋਂ ਤਰੰਗਾਂ ਉੱਠੀਆਂ, ਲਹਿਰਾਂ ਉੱਠੀਆਂ। ਆਖਰ ਕਾਰਨ ਉਹਨਾਂ ਲਹਿਰਾਂ ਨੇ ਉਸ ਪਾਣੀ ਦੇ ਵਿੱਚ ਹੀ ਸਮਾਉਣਾ ਹੈ। ਐਵੇਂ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਿੱਚੋਂ ਹੀ ਉਹਨਾਂ ਦੀ ਉਪਜ ਹੋਈ। ਪ੍ਰਮਾਤਮਾ ਨੇ ਸੰਸਾਰ ਦੇ ਵਿੱਚ ਪੈਦਾ ਕੀਤਾ ਤਾਂ ਉਹਨਾਂ ਬਚਨ ਕਿਹਾ ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੈ। ਜਿੱਥੋਂ ਉਪਜ ਹੋਈ ਉੱਥੋਂ ਨਿਪਜ ਹੋ ਗਈ, ਉਸ ਦੇ ਵਿੱਚ ਹੀ ਸਮਾ ਗਏ। ਜੰਮਣ ਮਰਨਾ ਉਹਨਾਂ ਦਾ ਨਾਸ਼ ਹੋ ਗਿਆ। ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆਨ ਨਾ ਰੁਚਤੇ। ਉਹਨਾਂ ਦੀ ਫਿਰ ਦ્વੈਤ ਭਾਵਨਾ ਦੇ ਵਿੱਚ ਜਿਹੜੀ ਰੁਚੀ ਰਹਿੰਦੀ ਨਹੀਂ। ਕਿਉਂ? ਜਿੰਨਾ ਚਿਰ ਦ્વੈਤ ਭਾਵ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾ। ਜਿੰਨਾ ਚਿਰ ਦ્વੈਤ ਹੈ,
ਉਹਨਾਂ ਚਿਰ ਪਰਮੇਸ਼ਰ ਸਵਰੂਪ ਨਹੀਂ ਹੋ ਸਕੀਦਾ। ਜਿਸ ਵੇਲੇ ਦ્વੈਤ ਜੀਵਨ ਦੇ ਵਿੱਚੋਂ ਨਾਸ਼ ਹੋ ਗਈ, ਉਸ ਵੇਲੇ ਉਸ ਦਾ ਸਵਰੂਪ ਹੀ ਹੋ ਗਿਆ ਪ੍ਰਮਾਤਮਾ ਦੇ ਪਿਆਰੇ। ਮੁਖ ਦੇਖਾਉ ਪਲਕ ਛੱਡ ਆਨ ਨਾ ਦੇਉ ਚਿਤ। ਉਹ ਬੇਨਤੀਆਂ ਕਰਦੇ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਪਲਕ ਮਾਤਰ ਹੀ ਆਪਣਾ ਤੂੰ ਮੁਖੜਾ ਦਿਖਾ ਦੇ, ਛੱਡ ਆਨ ਨਾ ਦੇਉ ਚਿਤ। ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਛੱਡ ਕੇ ਆਨ ਹੋਰ ਜਗ੍ਹਾ, ਆਨ ਦੂਜੀ ਜਗ੍ਹਾ ਨਾ ਦੇਉ ਚਿਤ, ਮੈਂ ਆਪਣਾ ਚਿੱਤ ਦਿੰਦਾ ਨਹੀਂ। ਜਾਂ ਸੰਪਰਦਾਈ ਮਹਾਂਪੁਰਖ ਐਵੇਂ ਵੀ ਬਚਨ ਕਰਦੇ ਕਿ ਜਦੋਂ ਰੱਬ ਦੇ ਪਿਆਰੇ ਇੰਨੇ ਪਰਮੇਸ਼ਰ ਦੇ ਵਿੱਚ ਭਿੱਜ ਜਾਂਦੇ ਤਾਂ ਪ੍ਰਮਾਤਮਾ ਦਾ ਪਲਕ ਮਾਤਰ ਵੀ ਦਰਸ਼ਨ ਕਰ ਲੈਂਦੇ ਨਾ। ਤਾਂ ਆਨ ਨਾ ਦੇਉ ਚਿੱਤ, ਪਰਮੇਸ਼ਰ ਨੂੰ ਛੱਡ ਕੇ ਹੋਰ ਦੇ ਉੱਪਰ ਆਪਣੇ ਆਪ ਨੂੰ ਪਸੀਜਦੇ ਨਹੀਂ, ਆਪਣੇ ਆਪ ਨੂੰ, ਆਪਣੇ ਮਨ ਨੂੰ ਭਿਉਂਦੇ ਨਹੀਂ। ਆਪਾਂ ਇਤਿਹਾਸ ਸਾਰਿਆਂ ਨੇ ਸਰਵਣ ਕੀਤਾ ਹੈ ਭਾਈ ਤਿਲਕੂ ਜੀ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸੇਵਕ ਸੀ ਇਹ ਭਾਈ ਤਿਲਕੂ। ਗੜ ਸ਼ੰਕਰ ਏਰੀਏ ਦਾ ਵਸਨੀਕ, ਗੁਰੂ ਕਾ ਸਿੱਖ, ਤੇ ਉੱਥੇ ਹੀ ਮਹੇਸ਼ਾ ਜੋਗੀ ਵੀ ਸੀ। ਮਹੇਸ਼ਾ ਜੋਗੀ ਕਹਿੰਦਾ ਸੀ ਨਾ, ਜਿਹੜਾ ਮੇਰੇ ਕੋਲ ਮੇਰੇ ਪਾਸ ਆਣ ਕੇ ਮੈਨੂੰ ਸਿਰ ਝੁਕਾਵੇਗਾ ਉਹਨੂੰ ਮੈਂ 1 ਸਾਲ ਦੇ ਵਾਸਤੇ ਸੁਖ ਪ੍ਰਦਾਨ ਕਰਾਵਾਂਗਾ ਪਰਲੋਕ ਦੇ। ਅੱਧਾ ਨਗਰ ਆਣ ਕੇ ਸਿਜਦੇ ਕਰਨ ਲੱਗ ਪਿਆ। ਪੁੱਛਿਆ ਆਪਣੇ ਚੇਲੇ ਚਾਟੜਿਆਂ ਨੂੰ, ਰਹਿ ਗਿਆ? ਕਹਿੰਦੇ ਜੀ ਅੱਧੇ ਕੀ ਆਏ, ਅੱਧੇ ਰਹਿ ਗਏ। ਮਹੇਸ਼ਾ ਜੋਗੀ ਕਹਿੰਦਾ ਉਹਨਾਂ ਨੂੰ 2 ਸਾਲਾਂ ਵਾਸਤੇ ਸਵਰਗਾਂ ਦੇ ਸੁੱਖ ਦੇ ਦਿਓ। ਸਾਰਾ ਨਗਰ ਆਣ ਕੇ ਝੋਗਿਆ ਸਵਾਏ ਭਾਈ ਤਿਲਕੂ ਤੋਂ। ਫਿਰ ਪੁੱਛਿਆ, ਕਹਿਣ ਲੱਗੇ ਹਾਂ ਇੱਕ ਸਰੀਰ ਹੈ, ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਸਦਵਾਉਂਦਾ ਹੈ, ਨਾਮ ਉਸ ਦਾ ਭਾਈ ਤਿਲਕੂ ਕਿਰਤ ਕਰਦਾ ਹੈ, ਉਹ ਨਹੀਂ ਆਇਆ, ਬਾਕੀ ਸਾਰੇ ਆ ਗਏ। ਕਹਿੰਦੇ ਕੰਮ ਧੰਦਿਆਂ ਦੇ ਵਿੱਚ ਪਤਾ ਨਹੀਂ ਲੱਗਾ ਹੋਵੇਗਾ। ਜੋਗੀ ਕਹਿੰਦਾ ਜਾਓ ਉਸ ਦੇ ਪਾਸ ਉਹਨੂੰ ਦੱਸੋ। ਜਦੋਂ ਜਾ ਕੇ ਉਸ ਦੇ ਪਾਸ ਉਹਨੂੰ ਦੱਸਿਆ ਗਿਆ ਤੇ ਉਸ ਵੇਲੇ ਧੰਨ ਭਾਈ ਤਿਲਕੂ ਗੁਰੂ ਕਾ ਸਿੱਖ, ਜਿਸ ਨੂੰ ਗੁਰੂ ਦੇ ਚਰਨਾਂ ਦੇ ਉੱਪਰ ਇੰਨਾ ਭਰੋਸਾ ਹੈ, ਕਹਿਣ ਲੱਗਾ ਤੁਹਾਡੇ ਜੋਗੀ ਦੇ ਦਿੱਤੇ ਹੋਏ ਸੁਖ ਤੁਹਾਨੂੰ ਮੁਬਾਰਕ। ਮੈਂ ਜਿਸ ਗੁਰੂ ਦੇ ਚਰਨਾਂ ਦਾ ਸੇਵਕ ਹਾਂ, ਉਸ ਗੁਰੂ ਕੇ ਚਰਨਾਂ ਦੇ ਵਿੱਚੋਂ ਆਵਾਜ਼ ਸੁਣੀ ਹੈ ਭਗਤ ਕਬੀਰ ਜੀ ਦੀ ਰਸਨਾ ਦੇ ਦੁਆਰਾ। ਕਬੀਰ ਸੁਰਗ ਬਾਂਛ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਿ ਨਾ ਕੀਚੈ ਆਸ। ਸਵਰਗਾਂ ਦੇ ਸੁੱਖਾਂ ਦੀ ਮਨ ਦੇ ਵਿੱਚ ਆਸ ਕੋਈ ਨਹੀਂ ਹੈ, ਨਾ ਹੀ ਨਰਕਾਂ ਦੇ ਵਿੱਚ ਪੈਣ ਨੂੰ ਡਰ ਲੱਗਦਾ ਹੈ। ਵਾਪਸ ਆ ਗਿਆ ਜੋਗੀ ਦੇ ਪਾਸ। ਜੋਗੀ ਕਹਿੰਦਾ ਸੁਨੇਹਾ ਦੇ ਆਇਆ। ਚੇਲਾ ਕਹਿਣ ਲੱਗਾ ਜੀ ਦੇ ਤੇ ਆਇਆ, ਪਰ ਗੱਲ ਨਹੀਂ ਬਣੀ, ਨਾ ਕਰਤੀ ਹੈ। ਕੀ ਕਿਹਾ? ਸਾਰੇ ਹਾਲਾਤ ਦੱਸੇ। ਕਹਿੰਦੇ ਜਾ ਇੱਕ ਵਾਰ ਹੋਰ ਉਹਨੂੰ ਕਹਿ 5 ਸਾਲਾਂ ਦੇ ਵਾਸਤੇ ਪ੍ਰਲੋਕ ਦੇ ਸੁੱਖ ਦਵਾਂਗਾ, ਮੇਰੇ ਕੋਲ ਆ ਗਿਆ। ਜਿਹੜੇ ਚੇਲੇ ਚਪਟੇ ਹੁੰਦੇ ਉਹ ਜਿਆਦੀ ਚਾਪਲੂਸੀ ਕਰਦੇ, ਇੱਕ ਦੀਆਂ 2 ਬਣਾ ਕੇ ਦੱਸਦੇ। ਗਿਆ ਜਾ ਕੇ ਕਹਿਣ ਲੱਗਾ, ਉਹ ਭਾਈ ਤਿਲਕੂ ਤੇਰੇ ਉੱਪਰ ਜੋਗੀ ਜੀ ਬਾਲੇ ਪ੍ਰਸੰਨ ਹੋ ਗਏ। ਕਹਿਣ ਲੱਗੇ ਬਾਲੇ ਪ੍ਰਸੰਨਤਾ ਦਾ ਕਾਰਨ? ਕਹਿੰਦੇ ਪਾਸ ਆਏ ਲੋਕ, ਕਿਸੇ ਨੂੰ 1 ਸਾਲ, ਕਿਸੇ ਨੂੰ 2 ਸਾਲਾਂ ਦੇ ਵਾਸਤੇ ਪਰਲੋਕ ਦੇ ਸੁੱਖ, ਤੂੰ ਕੱਲਾ ਹੀ ਹੈ। ਜੇ ਉਹਨਾਂ ਦੇ ਪਾਸ ਚਲੇ ਜਾਵੇਂ ਤੈਨੂੰ 5 ਸਾਲਾਂ ਦੇ ਸੁੱਖ ਪ੍ਰਦਾਨ ਕਰਾ ਦੇਵੇਗਾ ਜੋਗੀ। ਗੁਰੂ ਕੇ ਸਿੱਖ ਦਾ ਚਿੱਤ ਡੋਲਿਆ ਨਹੀਂ। ਇਹ ਨਹੀਂ ਵੀ ਜਿੱਥੇ ਥੋੜਾ ਸੀ ਫਿਰ ਕਿਆ ਕੋਈ ਗੱਲ ਨਹੀਂ ਰਹਿਣ ਦਿੰਨੇ, ਜੇ ਬਹੁਤਾ ਹੈ ਤੇ ਫਿਰ ਪ੍ਰਾਪਤੀ ਕਰ ਲਈਏ। ਇਹ ਸਥਿਰ ਅਵਸਥਾ ਨਹੀਂ ਹੈ ਜੀ। ਸਾਡਾ ਤਾਂ ਚਿੱਤ ਗੁਰਸਿੱਖੋ 100-100 ਰੁਪਏ ਦੇ ਉੱਪਰ ਹੀ ਡੋਲ ਜਾਂਦਾ ਹੈ। ਕਰਦੇ ਨਾ ਇੱਕ ਦੂਜੇ ਦੀਆਂ ਚੋਰੀਆਂ, ਟਰੰਕਾਂ ਦੇ ਵਿੱਚੋਂ ਪੈਸੇ ਇੱਕ ਦੂਜੇ ਦੇ ਕੱਢ ਲੈਂਦੇ ਆ।
ਗੁਰੂ ਘਰਾਂ ਦੇ ਵਿੱਚ ਆਣ ਕੇ ਕਿਸੇ ਦੀਆਂ ਚੱਪਲਾਂ ਵਧੀਆ ਵੇਖ ਕੇ ਸਾਡਾ ਚਿੱਤ ਉੱਤੇ ਡੋਲ ਜਾਂਦਾ ਵੀ ਇਹਨੂੰ ਦਵਾ ਦਵ ਲਗਾ ਲਈਏ, ਪਰ ਇਹ ਗੁਰੂ ਕੇ ਸਿੱਖਾਂ ਦਾ ਜੀਵਨ ਨਹੀਂ ਹੈ। ਧੰਨ ਭਾਈ ਤਿਲਕੂ 5 ਸਾਲਾਂ ਦੇ ਵਾਸਤੇ ਪਰਲੋਕ ਦੇ ਸੁੱਖ ਕਹਿ ਲੱਗੇ ਮੇਰੇ ਗੁਰੂ ਦਾ ਹੁਕਮ ਹੈ, ਨਾ ਮੈਨੂੰ ਆਸਾ ਹੈ ਤੇ ਨਾ ਹੀ ਮੈਨੂੰ ਡਰ ਹੈ। ਸੁੱਖਾਂ ਦੀ ਆਸਾ ਨਹੀਂ, ਨਰਕਾਂ ਦੇ ਵਿੱਚੋਂ ਪੈਣੋਂ ਡਰ ਨਹੀਂ ਲੱਗਦਾ। ਬਸ ਇਹ ਚਾਹਣਾ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਜੀਵਨ ਦੇ ਵਿੱਚ ਓੜਕ ਨਿਭ ਜਾਵੇ। ਜਿੰਨੇ ਸਵਾਸ ਉਹਨਾਂ ਸਵਾਸਾਂ ਦੇ ਨਾਲ ਮੈਂ ਗੁਰੂ ਕੀ ਸਿੱਖੀ ਕਮਾ ਸਕਾਂ, ਆਪਣਾ ਜੀਵਨ ਸਫਲ ਸਮਝਾਂਗਾ। ਫਿਰ ਵਾਪਸ ਆ ਗਿਆ। ਫਿਰ ਇਹ ਗੱਲ ਕਹੀ, ਜੋਗੀ ਜੀ ਗੱਲ ਬਣੀ ਨਹੀਂ, ਨਾ ਕਰਤੀ ਹੈ। ਜੋਗੀ ਕਹਿੰਦਾ ਕੋਈ ਗੱਲ ਨਹੀਂ, ਜੇ ਤੁਹਾਡੇ ਕੋਲ ਨਹੀਂ ਗੱਲ ਬਣੀ ਮੈਂ ਆਪ ਜਾ ਕੇ ਬਣਾ ਕੇ ਆਉਣਾ। ਆਪ ਤੁਰ ਪਿਆ। ਕਹਿੰਦੇ ਕੋਈ ਨਹੀਂ, ਕੰਮ ਕਾਜ ਹੋਵੇਗਾ, ਸ਼ਰਮ ਦਾ ਮਾਰਾ ਨਹੀਂ ਆ ਰਿਹਾ ਹੋਵੇਗਾ, ਉਹਦੇ ਘਰੇ ਜਾ ਕੇ ਉਹਨੂੰ ਸੁੱਖ ਦੇ ਕੇ ਆਉਣਾ। ਤੁਰ ਪਿਆ ਜੋਗੀ ਆਪਣੇ ਆਸਣ ਸਿੰਘਾਸਣ ਤੋਂ ਉੱਠ ਕੇ। ਉਹ ਚੇਲਾ ਫੇਰ ਭੱਜਾ ਗਿਆ, ਭਾਈ ਤਿਲਕੂ ਤੇਰੇ ਭਾਗ ਜਾਗ ਗਏ। ਜਿਨ੍ਹਾਂ ਕੋਲ ਲੋਕ ਸਿਰ ਝੁਕਾ ਕੇ ਸਿਜਦੇ ਕਰਕੇ ਸੁੱਖ ਮੰਗਦੇ, ਉਹ ਤੇਰੇ ਘਰੇ ਸੁੱਖ ਦੇਣ ਦੇ ਵਾਸਤੇ ਆ। ਸੋਹਣਾ ਵਿਛਾਉਣਾ ਵਿਛਾ, ਮੰਜੇ ਦੇ ਉੱਪਰ ਸੋਹਣੀਆਂ ਚਾਦਰਾਂ ਵਿਛਾ, ਆਓ ਭਗਤ ਦੇ ਵਾਸਤੇ। ਹਰੇਕ ਜਿਹੜਾ ਕਰਮ ਹੈ ਤੂੰ ਆਪਣੇ ਜੀਵਨ ਦੇ ਵਿੱਚ ਕਰੀ। ਭਾਈ ਤਿਲਕੂ ਕਹਿੰਦਾ ਲੈ ਕੇ ਤੇ ਆਓ। ਪਤਾ ਲੱਗਾ ਰੱਬ ਦਾ ਸ਼ਰੀਕ, ਕਿਉਂਕਿ ਰੱਬ ਤੋਂ ਬਗੈਰ ਦੁਨੀਆ ਦੇ ਵਿੱਚ ਸੁੱਖ ਕੋਈ ਨਹੀਂ ਦੇ ਸਕਦਾ। ਇਹ ਗਿਆਨ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਨੇ ਗੁਰੂ ਕੀ ਸਿੱਖੀ ਦੀ ਜੀਵਨ ਦੇ ਵਿੱਚ ਕਮਾਈ ਕੀਤੀ ਹੈ। ਜਦੋਂ ਘਰੋਂ ਬਾਹਰ ਆਇਆ, ਜਿਹੜਾ ਮੇਨ ਗੇਟ ਦਾ ਦਰਵਾਜ਼ਾ ਹੁੰਦਾ ਹੈ ਨਾ, ਜਿੱਥੇ ਆਪਾਂ ਮੁੱਖ ਦਰਵਾਜ਼ਾ ਲਾਉਣੇ, ਮੇਨ ਗੇਟ ਕਹਿ ਦਿੰਦੇ, ਉੱਥੇ ਐਨ ਚੰਗੀ ਤਰ੍ਹਾਂ ਕੁੰਡਾ ਮਾਰ ਕੇ ਤੇ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਜਿੰਦਰਾ ਵੀ ਮਾਰ ਲਿਆ। ਆਣ ਕੇ ਦਰਵਾਜ਼ਾ ਖੜਕਾਇਆ, ਭਾਈ ਤਿਲਕੂ ਦਰਵਾਜ਼ਾ ਖੋਲ, ਜੋਗੀ ਜੀ ਬੂਹੇ ਦੇ ਅੱਗੇ ਹੈ। ਤਾਂ ਧੰਨ ਗੁਰੂ ਕਾ ਸਿੱਖ ਕਹਿ ਲੱਗੇ ਤੁਸੀਂ ਕਹਿੰਦੇ ਹੋ ਬੂਹਾ ਖੋਲੋ, ਬੂਹਾ ਨਹੀਂ ਖੋਲਾਂਗਾ ਤੇ ਮੈਂ ਐਸੇ ਮਨਹੂਸ਼ ਬੰਦੇ ਦੇ ਮੱਥੇ ਵੀ ਨਹੀਂ ਲੱਗਾਂਗਾ ਜਿਹੜਾ ਰੱਬ ਦਾ ਸ਼ਰੀਕ ਬਣਿਆ ਫਿਰਦਾ। ਚੇਲਾ ਕਹਿਣ ਲੱਗਾ ਤੇਰੀ ਮੱਤ ਤੇ ਨਹੀਂ ਮਾਰੀ ਗਈ। ਭਾਈ ਤਿਲਕੂ ਕਹਿੰਦੇ ਜੋ ਮਰਜ਼ੀ ਸਮਝ ਲੈ, ਇਹ ਤੇਰੀ ਮਰਜ਼ੀ ਹੈ, ਤੈਨੂੰ ਕਿਵੇਂ ਸਮਝਾਉਂਦਾ ਹੈ ਮੇਰਾ ਜੀਵਨ। ਤੀਸਰੀ ਵਾਰ ਦਰਵਾਜ਼ਾ ਖੜਕਾਇਆ, ਜੋਗੀ ਨੇ ਆਪ ਕਹਿਣ ਲੱਗੇ ਤੈਨੂੰ ਤੇਰੇ ਗੁਰੂ ਦਾ ਵਾਸਤਾ ਭਾਈ ਤਿਲਕੂ ਦਰਵਾਜ਼ਾ ਖੋਲ, ਮੈਂ ਸੁੱਖ ਨਹੀਂ ਤੈਨੂੰ ਦੇਣ ਦੇ ਵਾਸਤੇ ਆਇਆ, ਤੇਰੇ ਚਰਨਾਂ ਦੇ ਵਿੱਚ ਸਿਰ ਝੁਕਾਉਣਾ ਚਾਹੁੰਦਾ ਹਾਂ। ਧੰਨ ਹੈ ਤੇਰਾ ਗੁਰੂ ਜਿਨੇ ਤੈਨੂੰ ਇੰਨਾ ਸਿਦਕ ਦਿੱਤਾ, ਤੇ ਧੰਨ ਹੈ ਤੂੰ ਉਸ ਗੁਰੂ ਦਾ ਸਿੱਖ ਜਿਨੇ ਇੰਨਾ ਜੀਵਨ ਦੇ ਵਿੱਚ ਸਿਦਕ ਪਾਲਿਆ। ਆਪ ਗੁਰੂ ਸਿੱਖੋ, ਇਤਿਹਾਸ ਪੜ੍ਹ ਕੇ ਵੇਖੋ, ਦੁਨੀਆ ਦੇ ਲੋਕਾਂ ਨੂੰ ਸੁੱਖ ਵੰਡਣ ਵਾਲਾ ਜੋਗੀ ਭਾਈ ਤਿਲਕੂ ਦੇ ਚਰਨਾਂ ਦੇ ਵਿੱਚ ਡੰਡੇ ਵੱਧ ਪੈ ਕੇ ਨਮਸਕਾਰਾਂ ਕਰਦਾ ਹੈ। ਜਦੋਂ ਗੁਰੂ ਦਾ ਵਾਸਤਾ ਸੁਣ ਕੇ ਭਾਈ ਤਿਲਕੂ ਨੇ ਦਰਵਾਜ਼ਾ ਖੋਲ੍ਹਿਆ। ਇਵੇਂ ਗੁਰੂ ਕੇ ਸਿੱਖ ਆਣ ਨਾ ਦੇਉ ਚਿੱਤ, ਗੁਰ ਪਰਮੇਸ਼ਰ ਤੋਂ ਬਗੈਰ ਆਪਣਾ ਜਿਹੜਾ ਚਿੱਤ ਹੈ ਉਹ ਹੋਰ ਕਿਸੇ ਪਾਸੇ ਜੋੜਦੇ ਹੀ ਨਹੀਂ ਹਨ। ਜੀਵਨ ਸੰਗਮ ਤਿਸ ਧਣੀ, ਹਰ ਨਾਨਕ ਸੰਤਾਂ ਮਿੱਤ। ਹਰ ਜੋ ਹਰੀ ਪ੍ਰਮਾਤਮਾ ਆਪਣੇ ਪਿਆਰਿਆਂ ਸੰਤਾਂ ਦਾ ਮਿੱਤਰ ਹੈ, ਉਹਨਾਂ ਦੇ ਨਾਲ ਹੀ ਉਹਨਾਂ ਦਾ ਜੀਵਨ ਹੁੰਦਾ। ਤਿਸ ਧਨੀ ਤਿਸ ਮਾਲਕ, ਪਰਮੇਸ਼ਰ ਦੇ ਨਾਲ ਉਹਨਾਂ ਦਾ ਜੀਵਨ ਹੈ। ਪੌੜੀ ਜਿਉ ਮਛਲੀ ਬਿਨ ਪਾਣੀਐ, ਕਿਉ ਜੀਵਨ ਪਾਵੈ। ਜੀ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ, ਜਿਵੇਂ ਮਛਲੀ ਪਾਣੀ ਤੋਂ ਬਗੈਰ ਕਿਵੇਂ ਜੀਵਨ ਪ੍ਰਾਪਤ ਕਰ ਸਕਦੀ ਹੈ। ਬੂੰਦ ਵਿਹੂਣਾ ਚਾਤਰਕੋ, ਕਿਉ ਕਰ ਤ੍ਰਿਪਤਾਵੈ। ਸਵਾਂਤੀ ਬੂੰਦ ਤੋਂ ਜਿਹੜਾ ਸਖਣਾ ਚਾਤਰਕੋ ਪਪੀਹਾ ਹੈ, ਉਸ ਨੂੰ ਕਿਵੇਂ ਤ੍ਰਿਪਤੀ ਆ ਸਕਦੀ ਹੈ, ਭਾਵ ਨਹੀਂ ਆਉਂਦੇ। ਨਾਦ ਕੁਰੰਕ ਹੈ ਬੇਦਿਆ, ਸਨਮੁਖ ਉਠ ਧਾਵੈ। ਨਿਰਣੈ ਕੰਡੇ ਹੀੜੇ ਦੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਮਸਤ ਕਰ ਲੈਂਦਾ।
ਜਿਹੜੀ ਆਵਾਜ਼ ਨਿਕਲਦੀ ਹੈ। ਆਪ ਜੀ ਨੇ ਅੱਗੇ ਵੀ ਦੱਸਿਆ ਸੀ, ਇੱਕ ਘੜਾ ਹੁੰਦਾ ਹੈ ਸ਼ਿਕਾਰੀ ਜਦੋਂ ਹਿਰਨ ਨੂੰ ਫੜਦਾ, ਜਿਹੜਾ ਘੜੇ ਦਾ ਮੂੰਹ ਹੁੰਦਾ ਹੈ, ਜਿਹਦੀ ਆਪਾਂ ਪਾਣੀ ਕੱਢਦੇ ਹਨ, ਉਸ ਦੇ ਉੱਪਰ ਚਮੜਾ ਮੜ ਦਿੱਤਾ ਜਾਂਦਾ ਹੈ, ਚੰਗੀ ਤਰ੍ਹਾਂ ਉਸ ਚਮੜੇ ਨੂੰ ਕੱਸ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਮੋਰੀ ਕੀਤੀ ਜਾਂਦੀ ਹੈ ਔਰ ਉਸ ਦੀ ਸੇਧ ਦੇ ਨਾਲ ਘੜੇ ਦੇ ਬਿਲਕੁਲ ਥੱਲੇਲੇ ਪਾਸੇ ਇੱਕ ਮੋਰੀ ਕੀਤੀ ਜਾਂਦੀ ਹੈ। ਉਸ ਦੇ ਵਿੱਚ ਮੋਰ ਦਾ ਪੰਖ ਪਾਇਆ ਜਾਂਦਾ ਹੈ, ਕਿਉਂਕਿ ਮੋਰ ਦਾ ਜਿਹੜਾ ਖੰਭ ਹੈ, ਪੰਖ ਹੈ, ਉਹ ਲੰਬਾ ਹੁੰਦਾ। ਉਸ ਨੂੰ ਜਦੋਂ ਫੇਰਦੇ ਹਨ, ਉਸ ਦੇ ਵਿੱਚ ਕਦੀ ਉੱਪਰ ਤਾਂ ਨੂੰ ਖਿੱਚਦੇ, ਉਸ ਦੇ ਵਿੱਚੋਂ ਇੱਕ ਆਵਾਜ਼ ਪੈਦਾ ਹੁੰਦੀ ਹੈ, ਜਿਹਨੂੰ ਘੰਡੇ ਹੇੜੇ ਦਾ ਸ਼ਬਦ ਕਿਹਾ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਹਮਣੇ ਹੋ ਕੇ ਜਦੋਂ ਹਿਰਨ ਨੂੰ ਘੰਡੇ ਹੇੜੇ ਦਾ ਸ਼ਬਦ ਸੁਣਨ ਦੇ ਵਾਸਤੇ ਮਿਲਦਾ ਹੈ, ਫਿਰ ਉਹ ਦੌੜਨਾ ਸ਼ੁਰੂ ਕਰ ਦਿੰਦਾ ਹੈ। ਭਾਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਜਿਹੜਾ ਭੌਰਾ ਹੈ ਉਹ ਲੋਭੀ ਹੈ, ਇਸ ਦਾ ਕੁਸਮ ਫੁੱਲਾਂ ਦੀ ਬਾਸ਼ਨਾ ਦਾ, ਤੇ ਇੰਨਾ ਜ਼ਿਆਦਾ ਲਾਲਚੀ ਹੈ, ਮਿਲ ਆਪ ਬੰਧਾਵੈ। ਉਹ ਸੁਗੰਧੀ ਪ੍ਰਾਪਤ ਕਰਨ ਦੇ ਵਾਸਤੇ ਜਾ ਕਰਕੇ ਜਿਹੜਾ ਭੌਰਾ ਹੈ ਉਹ ਫੁੱਲ ਦੇ ਉੱਪਰ ਬੈਠਦਾ। ਜਿਸ ਵੇਲੇ ਇਹਨਾਂ ਸੁਗੰਧੀ ਦੇ ਵਿੱਚ ਮਸਤ ਹੋ ਜਾਂਦਾ ਹੈ ਵੀ ਉਸ ਨੂੰ ਪਤਾ ਹੀ ਨਹੀਂ ਲੱਗਦਾ, ਸੂਰਜ ਛਿਪ ਜਾਂਦਾ ਹੈ, ਕਮਲ ਦਾ ਫੁੱਲ ਸਮੇਟਿਆ ਜਾਂਦਾ ਹੈ, ਵਿੱਚ ਹੀ ਉਹ ਆਪ ਸਿਮਟ ਜਾਂਦਾ ਹੈ। ਅਰਕ ਕੱਢਣ ਵਾਲੇ ਜਿਹੜੇ ਆਰਕੀ ਲੋਕ ਹਨ, ਉਸ ਫੁੱਲ ਨੂੰ ਤੋੜ ਕੇ ਲੈ ਜਾਂਦੇ, ਤੇਲ ਦੇ ਵਿੱਚ ਸੁੱਟਦੇ, ਜਿੱਥੇ ਫੁੱਲ ਨੂੰ ਤਲਦੇ ਨਾਲ ਹੀ ਉਸ ਭੌਰੇ ਨੂੰ ਵੀ ਤਲ ਲੈਂਦੇ। ਇਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਮੇਲ ਆਪ ਬੰਧਾਵੈ। ਆਪ ਮਿਲਦਾ ਹੈ ਜਾ ਕਰਕੇ ਸੁਗੰਧੀ ਲੈਣ ਦਾ ਇੱਛੁਕ ਭੌਰਾ, ਤੇ ਆਪਣੇ ਆਪ ਨੂੰ ਬਣਾ ਲੈਂਦਾ, ਬੰਧਾਵੇ ਮਰਵਾ ਲੈਂਦਾ ਹੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਤੇਵੇਂ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤ ਹੈ। ਕਿੰਨੀ ਕੁ ਪ੍ਰੀਤੀ ਹੈ, ਦੇਖ ਦਰਸ ਅਗਾਵੈ। ਪਰਮੇਸ਼ਰ ਦੇ ਦਰਸ਼ਨ ਕਰਕੇ ਉਹ ਰੱਜਦੇ ਹਨ, ਪਰਮੇਸ਼ਰ ਦੇ ਦਰਸ਼ਨ ਕਰਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਮਾਈ ਮੇਰੇ ਮਨ ਕੋ ਸੁਖ। हे ਮਹਾਤਮਾ ਰੂਪ ਮਾਈਓ, ਸੰਤ ਜਨੋ, ਸਾਡੇ ਮਨ ਦਾ ਸੁਖ ਕੀ ਹੈ? ਦੇਖ ਸਰੂਪ ਪੂਰਨ ਭਈ ਆਸਾ, ਹਰ ਸਿਮਰਤ ਬਿਨਸੇ ਸਭ ਦੁੱਖ। ਜਿੰਨਾ ਚਿਰ ਜੀਵਨ ਦੇ ਵਿੱਚ ਆਸਾ ਦੀ ਪੂਰਤੀ ਨਹੀਂ ਹੁੰਦੀ, ਬੰਦਾ ਸੁਖੀ ਨਹੀਂ ਹੋ ਸਕਦਾ। ਰੱਬ ਦੇ ਪਿਆਰਿਆਂ ਨੂੰ ਕੀ ਆਸਾ ਸੀ ਕਿ ਪਰਮੇਸ਼ਰ ਦੇ ਦਰਸ਼ਨ ਹੋਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਪਰਮੇਸ਼ਰ ਦਾ ਸਰੂਪ ਦੇਖ ਕਰਕੇ ਉਹਨਾਂ ਦੀ ਆਸਾ ਪੂਰੀ ਹੋ ਗਈ। ਹਰ ਸਿਮਰਤ ਪਰਮੇਸ਼ਰ ਨੂੰ ਦਾ ਸਿਮਰਨ ਕਰਨੇ ਕਰਕੇ ਬਿਨਸੇ ਸਭ ਦੁੱਖ, ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਹੀ ਸਾਰੇ ਨਾਸ਼। ਨਾਲ ਮੈਂ ਇੱਕ ਹੋਰ ਬਚਨ ਸੁਣਾਉਂਦਾ ਜਾਵਾਂ ਜੋ ਸੰਪਰਦਾਈ ਮਹਾਂਪੁਰਖ ਵਿਦਵਾਨਾਂ ਨੇ ਦੱਸਿਆ ਹੈ। ਉਤਲੇ ਜਿੰਨੇ ਵੀ ਗਿਨੇ ਹਨ, ਚਾਹੇ ਉਹ ਭੌਰਾ ਹੈ, ਚਾਹੇ ਉਹ ਹਿਰਨ ਹੈ, ਚਾਹੇ ਉਹ ਪਪੀਹਾ ਹੈ, ਤੇ ਚਾਹੇ ਉਹ ਮੱਛੀ ਹੈ, ਚੌਹਾਂ ਦਾ ਹੀ ਜ਼ਿਕਰ ਆਉਂਦਾ ਹੈ ਨਾ। ਇਹਨਾਂ ਦੀ ਜਿਹੜੀ ਪ੍ਰੀਤ ਹੈ ਉਹ ਇੱਕ ਅੰਗੀ ਪ੍ਰੀਤ ਹੈ। ਜਿਵੇਂ ਮੱਛੀ ਹੈ ਉਹ ਪਾਣੀ ਦੇ ਨਾਲ ਕਰਦੀ ਹੈ, ਪਰ ਪਾਣੀ ਮੱਛੀ ਦੇ ਨਾਲ ਕੋਈ ਵੀ ਪ੍ਰੀਤ ਨਹੀਂ ਕਰਦਾ। ਸਮੁੰਦਰ 'ਚ ਕਿੰਨਾ ਪਾਣੀ ਹੁੰਦਾ ਹੈ, ਮਛੇਰੇ ਲੋਕ ਸੁੱਟਦੇ ਹਨ ਆਪਣੀ ਛਿਟੀ ਜੀ ਕੁੰਡੀ ਦੇ ਨਾਲ ਮੱਛੀ ਨੂੰ ਪਕੜ ਲੈਂਦੇ। ਕਦੀ ਪਾਣੀ ਨਹੀਂ ਕਿਹਾ ਪੀਏ, ਮੈਂ ਕੁੰਡੇ ਦੇ ਵਿੱਚ ਮੱਛੀ ਨੂੰ ਫਸਣ ਨਹੀਂ ਦੇਣਾ, ਆਪਣੀ ਛੱਲ ਦੇ ਨਾਲ ਰੋੜ ਕੇ ਲੈ ਜਾਣਾ। ਕਦੀ ਬਦਲਾ ਨੇ ਕਿਹਾ ਵੀ ਮੇਰੀ ਆਸਾ ਲੈ ਕਰਕੇ ਆਉਂਦਾ, ਇਹਦੀਆਂ ਮੈਂ ਅੱਖਾਂ ਨਹੀਂ ਅੰਨੀਆਂ ਕਰਨੀਆਂ ਪਪੀਹੇ ਦੀਆਂ।
ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਇੱਕ ਅੰਗੀ ਪ੍ਰੀਤ ਹੈ। ਪਰ ਯਾਦ ਰੱਖਿਓ, ਸਿੱਖ ਤੇ ਗੁਰੂ ਦੀ ਜਿਹੜੀ ਪ੍ਰੀਤ ਹੈ ਉਹ ਇੱਕ ਅੰਗੀ ਨਹੀਂ, ਉਹ ਦੋ ਪੱਖੀ ਹੀ ਹੈ। ਜੇ ਸਿੱਖ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜੋ। ਸਿੱਖ ਦੇ ਨਾਲੋਂ ਕਈ ਗੁਣਾ ਵੱਧ ਗੁਰੂ ਆਪਣੇ ਸਿੱਖ ਦੇ ਨਾਲ ਪ੍ਰੇਮ ਕਰਦਾ। ਆਪਾਂ ਨੂੰ ਇੱਕ ਸਵਈਆ ਚੇਤੇ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਗੁਰਸਿੱਖ ਇੱਕ ਕਦਮ ਧਰਮ ਵਾਲੇ ਪਾਸੇ ਪੁੱਟਦਾ ਹੈ, ਸਤਿਗੁਰੂ ਕਰੋੜਾਂ ਕਦਮ ਉਸ ਨੂੰ ਲੈਣ ਦੇ ਵਾਸਤੇ ਆਉਂਦੇ ਵੀ ਇਹ ਧਰਮੀ ਬਣਨ ਦੇ ਵਾਸਤੇ ਇਸਨੇ ਇੱਕ ਕਦਮ ਪੁੱਟਿਆ। ਕੋਈ ਸਿੱਖ ਕਹਿ ਦਿੰਦਾ ਮਹਾਰਾਜ ਮੈਂ ਤੁਹਾਡਾ, ਤੇ ਸਤਿਗੁਰੂ ਕਹਿਣ ਲੱਗੇ ਜੇ ਤੂੰ ਸਾਡਾ ਹੋਇਆ ਅੱਜ ਤੋਂ ਅਸੀਂ ਤੇਰੇ ਜੋਗੇ ਹੋ ਗਏ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਚਰਨਾਂ ਦੀ ਆਰਾਧਨਾ ਕੀਤੀ, ਆਪ ਇਤਿਹਾਸ ਪੜ੍ਹ ਕੇ ਵੇਖੋ, ਚਾਹੇ ਬਲਦੀ ਭੱਠ ਦੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਬੈਠ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਜ਼ਤ ਪੱਤ ਰੱਖੀ, ਇੱਕ ਕੇਸ ਵੀ ਨਹੀਂ ਛੱਡ ਦਿੱਤਾ। ਇਵੇਂ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ, ਅਕਾਲ ਪੁਰਖ, ਉਹ ਆਪਣੇ ਪਿਆਰਿਆਂ ਦੀ ਰੱਖਿਆ। ਜੇ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨੂੰ ਆਰਾਧਦੇ ਤੇ ਜਦੋਂ ਵਿਪਤਾ ਪੈਂਦੀ ਹੈ ਫਿਰ ਸਾਰਾ ਸੰਸਾਰ ਭਾਵੇਂ ਉਸ ਨੂੰ ਛੱਡ ਜਾਂਦਾ ਹੈ, ਪਰ ਪਰਮੇਸ਼ਰ ਆਪ ਆਣ ਕੇ ਰੱਖਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪੜੋ। ਮਹਾਰਾਜ ਕਹਿੰਦੇ ਭਗਤ ਪ੍ਰਹਿਲਾਦ ਵਰਗਿਆਂ ਦੀ ਪਰਮੇਸ਼ਰ ਨੇ ਆਪ ਰੱਖਿਆ ਕੀਤੀ। ਮਾਤਾ ਪਿਤਾ ਸਨਿਗਧ ਪੜਾਉਣ ਵਾਲੇ ਸਾਰੇ ਉਲਟ ਹੋ ਗਏ ਸਨ। ਹਰਨਾਕਸ਼ ਕੀ ਰੱਟ ਲਾਉਂਦਾ ਸੀ, ਜੇ ਮੇਰਾ ਨਾਮ ਜਪੇਗਾ ਜਿਉਂਦਾ ਰਹੇਗਾ, ਨਹੀਂ ਤੇ ਮਾਰ ਕੇ ਸਿੱਟ ਦਵਾਂਗਾ। ਕਿਹਾ ਸੀ ਤੇਰੇ ਵਾਸਤੇ ਸਾਰਾ ਕੁਝ ਕਰ ਰਿਹਾ। ਪਰ ਜਿਸ ਵੇਲੇ ਕਿਹਾ ਪਿਤਾ ਜੀ ਨਹੀਂ, ਤੁਹਾਡਾ ਸਰੀਰ ਇੱਕ ਹੈ, ਤੁਸੀਂ ਇੱਕ ਜਗ੍ਹਾ ਤੇ ਮੌਜੂਦ ਹੋ ਸਕਦੇ ਹੋ, ਪਰਮੇਸ਼ਰ ਦੇ ਲਕਬ ਤੁਹਾਡੇ ਨਾਮ ਦੇ ਨਾਲ ਨਹੀਂ ਲੱਗ ਸਕਦੇ। ਜਿਹੜੇ ਪਰਮੇਸ਼ਰ ਦੇ ਲਕਬ ਹਨ, ਪਿਓ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ, ਬਨ ਦੇ ਵਿੱਚ ਵੀ ਹੈ, ਉਹ ਲਕਬ ਤੁਹਾਡੇ ਨਾਮ ਦੇ ਨਾਲ ਸ਼ੋਭਦੇ ਨਹੀਂ, ਲੱਗ ਨਹੀਂ ਸਕਦੇ। ਜੇ ਲਾ ਰਹੇ ਹੋ ਤੇ ਤੁਸੀਂ ਝੂਠ ਬੋਲ ਰਹੇ ਹੋ। ਮਾਂ ਨੇ ਵੀ ਸਮਝਾਇਆ, ਸਾਰੇ ਸਾਥ ਛੱਡ ਗਏ। ਫਿਰ ਪਰਮੇਸ਼ਰ ਨਰਸਿੰਘ ਸਰੂਪ ਧਾਰਨ ਕਰਕੇ ਆਪਣੇ ਭਗਤ ਦੀ ਰੱਖੀ। ਇਵੇਂ ਆਪ ਗੁਰੂ ਕੀ ਬਾਣੀ ਪੜ੍ਹਦੇ ਹੋ, ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਆਪਣੇ ਭਗਤ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ। ਆਪ ਆਣ ਕੇ ਆਪਣੇ ਭਗਤ ਦੀ ਪ੍ਰਤਪਾਲਣਾ ਕੀਤੀ। ਜਦੋਂ 7:30 ਘੜੀਆਂ ਦਾ ਸਮਾਂ ਦਿੱਤਾ, 7 ਬਤੀਤ ਹੋ ਗਈਆਂ, 12:30 ਮਿੰਟ ਬਾਕੀ ਰਹਿ ਗਿਆ ਸਮਾਂ 12 ਮਿੰਟ ਦਾ, ਤੇ ਅਜੇ ਵੀ ਜੀਵਨ ਦੇ ਵਿੱਚ ਇਹ ਆਸਾ ਹੈ ਕਿ ਜਿਹਦਾ ਮੈਂ ਨਾਮ ਆਰਾਧਦਾ ਉਹ ਮੇਰੀ ਰੱਖਿਆ ਜ਼ਰੂਰ ਕਰੇਗਾ। ਇਹਨਾਂ ਦ੍ਰਿੜ ਵਿਸ਼ਵਾਸ ਭਰੋਸਾ ਦੇਖ ਕੇ ਵਾਹਿਗੁਰੂ ਪ੍ਰਮਾਤਮਾ ਆਪ ਆਪਣੇ ਭਗਤ ਦੀ ਰੱਖਿਆ ਕਰਨ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਆਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜੋ ਪ੍ਰਮਾਣ ਆਏ ਨਾ 4, ਇੱਕ ਗੁਰਸਿੱਖੋ ਇੱਕ ਅੰਗੀ ਹਨ, ਪਰ ਧੰਨ ਹਨ। ਇਹ ਪਤਾ ਵੀ ਹੈ ਕਿ ਕਰੋੜਾਂ ਸਾਡੇ ਵਰਗੇ ਇਸ ਸੰਸਾਰ ਦੇ ਵਿੱਚ ਤੁਰ ਗਏ, ਜਿਨ੍ਹਾਂ ਨੂੰ ਅਸੀਂ ਆਸ਼ਿਕ ਬਣ ਕੇ ਜਿਸ ਮਸ਼ੂਕ ਦੇ ਨਾਲ ਪ੍ਰੇਮ ਕਰ ਰਹੇ ਹਾਂ, ਉਸ ਮਸ਼ੂਕ ਨੇ ਸਾਡੀ ਕਦੀ ਵੀ ਰੱਖਿਆ ਨਹੀਂ ਕੀਤੀ। ਆਸ਼ਿਕ ਹੈ ਭੌਰਾ, ਮਸ਼ੂਕ ਹੈ ਕਮਲ, ਆਸ਼ਿਕ ਹੈ ਮੱਛੀ, ਮਸ਼ੂਕ ਹੈ ਪਾਣੀ, ਪਰ ਉਹਨਾਂ ਕਦੀ ਵੀ ਰੱਖਿਆ ਨਹੀਂ ਕੀਤੀ। ਪਰ ਫਿਰ ਵੀ ਅੱਜ ਤੱਕ ਪ੍ਰੇਮ ਤੋੜਦੇ ਨਹੀਂ। ਤੇ ਸਾਨੂੰ ਗੁਰਸਿੱਖੋ ਸਾਰਿਆਂ ਨੂੰ ਪਤਾ ਹੈ
ਕਿ ਜਿਹੜਾ ਗੁਰਸਿੱਖ ਭਾਵਨਾ ਦੇ ਨਾਲ ਆਪਣੇ ਗੁਰੂ ਨੂੰ ਆਰਾਧਦਾ ਹੈ ਨਾ, ਹਰੇਕ ਜਗ੍ਹਾ ਦੇ ਉੱਪਰ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਜਿਹੜੀ ਕਿਹੜੀ ਮਰਜ਼ੀ ਜਗ੍ਹਾ ਹੋਵੇ, ਮੈਨੂੰ ਲੈ ਛਡਾਈ ਉੱਥੇ ਮੈਨੂੰ ਛਡਾ ਲੈਂਦਾ ਹੈ, ਬਚਾ ਲੈਂਦਾ ਹੈ। ਪਰ ਅਸੀਂ ਉਸ ਗੁਰੂ ਦੇ ਨਾਲ ਅੱਜ ਤੱਕ ਵੀ ਪ੍ਰੇਮ ਨਹੀਂ ਕਰਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਰੱਬ ਦੇ ਪਿਆਰੇ ਇਵੇਂ ਪਰਮੇਸ਼ਰ ਦੇ ਨਾਲ ਪਿਆਰ ਕਰਦੇ, ਤੇ ਪਰਮੇਸ਼ਰ ਵੀ ਹਰ ਜਗ੍ਹਾ ਦੇ ਉੱਪਰ ਉਹਨਾਂ ਦੀ ਸਰਬ ਰੱਖਿਆ ਗੁਰ ਦਇਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤੇ। ਹਰ ਇੱਕ ਜਗ੍ਹਾ ਦੇ ਉੱਪਰ ਦਿਆਲ ਹੋ ਕੇ ਸਤਿਗੁਰੂ ਆਪਣੇ ਸਿੱਖਾਂ ਦੀ ਤੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਸਲੋਕ ਚਿਤਵੰਤ ਚਰਨ ਕਮਲੰ, ਸਾਸ ਸਾਸ ਆਰਾਧਨ ਹੈ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਪਰਮੇਸ਼ਰ ਦੇ ਜੋ ਕਮਲ ਦੀ ਨਿਆਈ ਨਿਰਲੇਪ ਆਦ ਸਥਾਨ ਰੂਪ ਚਰਨ ਹਨ, ਉਹਨਾਂ ਨੂੰ ਚਿਤਵਦੇ ਰਹਿੰਦੇ ਤੇ ਸਵਾਸ ਸਵਾਸ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ। ਨਹਿ ਬਿਸਰੰਤ ਨਾਮ ਅਚੁੱਤ, ਨਾਨਕ ਆਸ ਪੂਰਨ ਪਰਮੇਸ਼ਰ ਹੈ। ਅਚੁੱਤ ਦਾ ਅਰਥ ਹੁੰਦਾ ਹੈ ਅਗੇੜ ਗਿਰਨ ਤੋਂ ਰਹਿਤ। ਜੋ ਵਾਹਿਗੁਰੂ ਪ੍ਰਮਾਤਮਾ ਹੈ ਉਸ ਦਾ ਨਾਮ ਉਹਨਾਂ ਨੂੰ ਕਦੀ ਭੁੱਲਦਾ ਨਹੀਂ, ਤੇ ਉਹ ਜੋ ਪੂਰਨ ਹੈ ਹਰੇਕ ਜਗ੍ਹਾ ਦੇ ਉੱਪਰ ਪਰਮੇਸ਼ਰ, ਉਸ ਦੀ ਆਸ ਉਹਨਾਂ ਦੇ ਜੀਵਨ ਦੇ ਵਿੱਚ ਹੈ। ਸੀਤੜਾ ਮਨ ਮੰਜਾਹੇ, ਪਲਕ ਨਾ ਥੀਵੈ ਬਾਹਰਾ। ਉਹਨਾਂ ਦਾ ਜਿਹੜਾ ਮਨ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਸੀਤਾ ਗਿਆ, ਇੱਕ ਪਲਕ ਮਾਤਰ ਵੀ ਬਾਹਰ ਨਹੀਂ ਜਾਂਦਾ ਹੈ। ਨਾਨਕ ਆਸੜੀ ਨਿਭਾਹੇ, ਸਦਾ ਪੇਖੰਦੋ ਸੱਚ ਧਣੀ। ਉਹ ਚਾਹੁੰਦੇ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਡੀ ਆਸ ਪੂਰੀ ਕਰ। ਕੀ ਆਸ ਹੈ? ਸਦਾ ਪੇਖੰਦੋ ਸੱਚ ਧਣੀ, ਤੂੰ ਸੱਚਾ ਮਾਲਕ ਹੈ, ਅਸੀਂ ਤੇਰੇ ਦਰਸ਼ਨ ਕਰ ਲਈਏ। ਪੌੜੀ ਆਸਾਵੰਤੀ ਆਸ, ਗੁਸਾਈ ਪੂਰੀ ਹੈ। ਜਿਵੇਂ ਬੇਨਤੀ ਕਰਦੇ ਹੈ ਅਕਾਲ ਪੁਰਖ, ਅਸੀਂ ਆਸਾ ਵਾਲੇ ਬਣ ਕੇ ਆਏ ਆ, ਸਾਡੀ ਜਿਹੜੀ ਆਸ ਹੈ ਉਸ ਨੂੰ ਪੂਰੀ ਕਰ ਦੋ। ਮਿਲ ਗੋਪਾਲ ਗੋਬਿੰਦ, ਨਾ ਕਬਹੂ ਝੂਰੀਐ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਪ੍ਰਿਥਵੀ ਦਾ ਬਣਾਇਕ ਹੈ, ਪ੍ਰਿਥਵੀ ਪਾਲਕ ਹੈ, ਉਸ ਪਰਮੇਸ਼ਰ ਦੇ ਨਾਲ ਮਿਲ ਕੇ ਮਨ ਦੇ ਵਿੱਚੋਂ ਜਿਹੜਾ ਝੂਰਾ ਹੈ ਨਾ, ਝੁਰਨਾ, ਉਹ ਖਤਮ ਹੋ ਜਾਂਦਾ ਹੈ। ਦੇਹੋ ਦਰਸ ਮਨ ਚਾਓ, ਲਹਿ ਜਾਹੇ ਵਿਸੂਰੀਐ। ਇਹ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੋ, ਦਰਸ਼ਨਾਂ ਦੀ ਦਾਤ ਬਖਸ਼ੋ। ਜਿਹੜਾ ਮਨ ਦੇ ਵਿੱਚ ਵਿਸੂਰ ਹੈ ਨਾ, ਤੇਰੇ ਨਾਲੋਂ ਵਿਯੋਗ ਹੈ, ਉਹ ਲੈ ਜਾਣਾ ਕਰੇ, ਨਾਸ ਹੋ ਜਾਣਾ ਕਰੇ। ਹੋਏ ਪਵਿੱਤਰ ਸਰੀਰ, ਚਰਨਾ ਧੂਰੀਐ। ਇਹ ਅਕਾਲ ਪੁਰਖ ਪਰਮੇਸ਼ਰ ਤੇਰੇ ਚਰਨਾਂ ਦੀ ਜੋ ਧੂੜ ਹੈ, ਜਾਂ ਤੇਰੇ ਪਿਆਰਿਆਂ ਦੀ ਜਿਹੜੀ ਧੂੜ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇ। ਜਿਨ੍ਹਾਂ ਦੀ ਜੀਵਨ ਦੇ ਵਿੱਚ ਉੱਪਰ ਜੋ ਆਸਾ ਦੱਸੀ, ਐਸੀ ਆਸਾ ਹੈ ਤਾਂ ਇਹ ਜਿਹੜਾ ਸਰੀਰ ਹੈ ਪਵਿੱਤਰ ਹੋ ਜਾਵੇਗਾ, ਪਵਿੱਤਰ ਦੇ ਨਾਲੋਂ ਵੀ ਪਵਿੱਤਰ ਹੋ ਜਾਵੇਗਾ। ਪਾਰ ਬ੍ਰਹਮ ਗੁਰਦੇਵ, ਸਦਾ ਹਜੂਰੀਐ। ਪਾਪਾ ਪੁੰਨ ਤੋਂ ਰਹਿਤ, ਬ੍ਰਹਮ ਵਿਆਪਕ ਹੈ, ਗੁਰ ਪ੍ਰਕਾਸ਼, ਦੇਵ ਪ੍ਰਕਾਸ਼ ਰੂਪ ਹੈ, ਜੋ ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਗਟਾਵਾ ਮਨੁੱਖਾ ਜੀਵਨ ਦੇ ਵਿੱਚ ਕਰਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਉਹ ਸਦਾ ਹੀ ਹਜੂਰ ਜਾਣਦੇ, ਉਸ ਨੂੰ ਸਦਾ ਹੀ ਨੇੜੇ ਜਾਣਦੇ ਹਨ, ਜਾਂ ਸਾਨੂੰ ਉਪਦੇਸ਼ ਦਿੰਦੇ ਕਿ ਪਰਮੇਸ਼ਰ ਸਦਾ ਹੀ ਤੇਰੇ ਸੰਗ ਹੈ। ਸਲੋਕ ਰਸਨਾ ਉਚਰੰਤ ਨਾਮੰ, ਸ਼ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੀ ਰਸਨਾ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ, ਅੰਮ੍ਰਿਤ ਰੂਪ ਜੋ ਉਪਦੇਸ਼ ਹੈ, ਅੰਮ੍ਰਿਤ ਰੂਪ ਜੋ ਗੁਰੂ ਕਾ ਸ਼ਬਦ ਹੈ, ਉਹਨੂੰ ਜੋ ਕੰਨਾਂ ਦੇ ਨਾਲ ਸੁਣਦੇ ਹਨ। ਨਾਨਕ ਤਿਨ ਸਦ ਬਲਿਹਾਰੰ,
ਜਿਨਾ ਧਿਆਨ ਪਾਰ ਬ੍ਰਹਮਣ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦੀ ਰਸਨਾ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ ਤੇ ਜਿਹੜੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਆਪਣੇ ਸਤਿਗੁਰੂ ਦਾ ਉਪਦੇਸ਼ ਸੁਣਦੇ ਉਹਨਾਂ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਜਿਨ੍ਹਾਂ ਦਾ ਧਿਆਨ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਪਾਪਾ ਪੁੰਨਾਂ ਤੋਂ ਰਹਿਤ ਬ੍ਰਹਮ ਵਿਆਪਕ ਸਵਰੂਪ ਹੈ ਉਸ ਦੇ ਬਲ ਹੈ। ਹੱਬ ਕੁੜਾਵੇ ਕੰਮ ਇਕਸ ਸਾਈ ਬਾਹਰੇ। ਜਿਨ੍ਹਾਂ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਸਾਰੇ ਸੰਸਾਰ ਦੇ ਕੰਮ ਇੱਕ ਪਰਮੇਸ਼ਰ ਤੋਂ ਬਗੈਰ ਸਾਰੇ ਹੀ ਝੂਠੇ ਹਨ। ਨਾਨਕ ਸੇਈ ਧਨ ਜਿਨਾ ਪਿਰਹੜੀ ਸੱਚ ਸਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਧੰਨ ਹਨ ਕਿਹੜੇ ਜੀ ਜਿਨ੍ਹਾਂ ਪਿਰਹੜੀ ਜਿਨ੍ਹਾਂ ਦਾ ਪ੍ਰੇਮ ਸੱਚ ਸਿਓ ਸੱਚ ਜੋ ਵਾਹਿਗੁਰੂ ਪ੍ਰਮਾਤਮਾ ਹੈ ਉਸ ਦੇ ਨਾਲ ਜਿਹੜੇ ਸੱਚ ਦੇ ਨਾਲ ਤੇ ਸੱਚੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਦੇ ਇਵੇਂ ਕਹਿ ਲਈਏ ਜਿਨ੍ਹਾਂ ਦੇ ਜੀਵਨ ਦੇ ਵਿੱਚ ਝੂਠ ਤੇ ਝੂਠ ਦੀ ਕੋਈ ਵੀ ਜਗ੍ਹਾ ਨਹੀਂ ਝੂਠ ਨਹੀਂ ਆਪਣੀ ਜ਼ੁਬਾਨ ਤੋਂ ਕਦੀ ਵੀ ਬੋਲਦੇ ਤੇ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰ ਦੁਨੀਆ ਦੇ ਉੱਪਰ ਜਿਨ੍ਹਾਂ ਨੇ ਝੂਠੇ ਰੱਬ ਨਹੀਂ ਬਣਾਏ ਐਸੇ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਗੁਰੂ ਕੇ ਸਿੱਖ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਧੰਨ ਹਨ ਜਿਨ੍ਹਾਂ ਦੀ ਪਿਰਹੜੀ ਪਿਆਰ ਪ੍ਰੇਮ ਇੱਕ ਸੱਚੇ ਪ੍ਰਮਾਤਮਾ ਦੇ ਨਾਲ ਹੈ ਜਿਹੜੇ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੋ ਮਲਾਏ। ਐਸਾ ਜਿਨ੍ਹਾਂ ਦਾ ਜੀਵਨ ਹੈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਸੰਸਾਰ ਦੇ ਵਿੱਚ ਧਨਤਾ ਦੇ ਯੋਗ ਹਨ। ਪੌੜੀ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਸਦਾ ਹੀ ਬਲਿਹਾਰ ਜਾਂਦੇ ਆ ਜਿਹੜੇ ਹਰੀ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਸੁਣਦੇ ਉਹ ਕਥਾ ਜਿਸ ਦੇ ਵਿੱਚ ਤਤ ਚਿੰਤਨੰ ਤਤ ਕਥਨੰ ਨਿਰੋਲ ਪਰਮੇਸ਼ਰ ਦੀ ਗੱਲ ਕੀਤੀ ਜਾਂਦੀ ਕਿਉਂਕਿ ਗੁਰਬਾਣੀ ਦਾ ਬਚਨ ਹੈ ਸਤ ਸੰਗਤ